ਜਿਹੜੀ ਸਾਡੀ ਸਾਈਕਲ ਦੀ ਸੇਲ ਹੈਗੀ ਆ ਡੇ ਬਾਏ ਡੇ ਘਟ ਰਹੀ ਹੈਗੀ ਹੈ। ਘਟਣ ਦੇ ਕਾਰਨ ਕਰਕੇ ਜਿਹੜੀ ਸਾਡੀ ਬਾਈਸਾਈਕਲ ਇੰਡਸਟਰੀ ਹੈ ਤਕਰੀਬਨ ਅਸੀਂ 8 ਘੰਟੇ ਵੀ ਸਾਡੇ ਲਈ ਚਲਾਉਣੇ ਬੜੇ ਮੁਸ਼ਕਲ ਹੋ ਗਏ ਹੈ। ਸੋ ਇਹਦਾ ਘਟਣ ਦਾ ਕਾਰਨ ਅਸੀਂ ਲੋਕ ਆਪ ਹੀ ਹੈਗੇ, ਕਿਉਂਕਿ ਅਸੀਂ ਆਪਣੀਆਂ ਜਿਹੜੀਆਂ ਪ੍ਰੋਡਕਸ਼ਨਾਂ ਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਚਲਾਇਆ। ਉਹ ਕੀ ਹੈ ਨਾ, ਹਰ ਇੱਕ ਬੰਦਾ ਉੱਠਦਾ ਉਹਦੀ ਆਈਟਮ ਬਣ ਰਹੀ ਆ, ਅੱਛੀ ਡਿਮਾਂਡ ਉਹ ਬਣਾ ਲਓ ਜੀ। ਕੋਈ ਉਹਦੇ ਕੋਲੇ ਕੋਈ ਇਹ ਨਟਸ਼ਲ ਫਾਰਮੂਲਾ ਨਹੀਂ ਹੁੰਦਾ ਵਾ ਵੀ ਇਹਦੀ ਇੰਨੀ ਡਿਮਾਂਡ ਆ, ਇਹਦੇ ਇੰਨੇ ਵੈਂਡਰ ਚਾਹੀਦੇ ਆ, ਇੰਨੀ ਜ਼ਿਆਦਾ ਇਹਦੀ ਡਿਮਾਂਡ ਨਹੀਂ ਹੈ, ਉਹ ਨਾ ਬਣਾਵੇ। ਉਹ ਉੱਠਦਾ ਮੇਰਾ ਗਵਾਂਢੀ ਵਧੀਆ ਬਣਾਉਂਦਾ, ਉਹ ਨਾਲ ਆਪਣੀ ਉਹ ਆਈਟਮ ਸ਼ੁਰੂ ਕਰ ਦਿੰਦਾ ਵਾ। ਜਿਹੜੀ ਡਿਵੈਲਪਮੈਂਟ ਦੀ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਆਪਣੇ ਆਪ ਨੂੰ ਮੇਨਟੇਨ ਕਿਉਂ ਨਹੀਂ ਕੀਤਾ ਹੈਗਾ, ਵੀ ਅਪਗ੍ਰੇਡੇਸ਼ਨ ਕਿਉਂ ਨਹੀਂ ਕੀਤੀ, ਉਹਦਾ ਕਾਰਨ ਵੀ ਇਹੀ ਆ ਵੀ ਅਸੀਂ ਇੱਕ ਕਾਲੇ ਸਾਈਕਲ ਦੇ ਮਗਰ ਲੱਗੇ ਰਹੇ। ਔਰ ਤੁਸੀਂ ਦੇਖੋ ਚਾਈਨਾ ਨੇ 68% ਮਾਰਕੀਟ ਨੂੰ ਸੰਭਾਲਿਆ ਹੋਇਆ ਵਾ, ਉਹ ਸਾਰੇ ਵਰਲਡ ਵਿੱਚ ਉਹ ਸਾਈਕਲ ਦੇ ਰਿਹਾ ਵਾ। ਠੀਕ ਹੈ, ਤਕਰੀਬਨ 68% ਮਾਰਕੀਟ ਉਹਨੇ ਆਪਣੇ ਕਬਜ਼ੇ ਵਿੱਚ ਕੀਤੀ ਹੋਈ ਹੈ ਬਾਈਸਾਈਕਲ ਦੀ। ਤਕਰੀਬਨ 22 ਤੋਂ ਲੈ ਕੇ 25 ਕਰੋੜ ਲੱਖ ਸਾਈਕਲ ਉਹ ਬਣਾ ਰਿਹਾ ਵਾ। ਇੰਡੀਆ ਦੇ ਵਿੱਚ ਸਿਰਫ 1.5 ਤੋਂ 2 ਕਰੋੜ ਨਹੀਂ ਬਣਦਾ ਹੈਗਾ। ਸਾਡੀਆਂ ਬੜੀਆਂ ਕੰਪਨੀ ਹੈਗੀਆਂ ਨੇ, ਕੀ ਕੀਤਾ, ਕਿਸੇ ਨੇ 400 ਰੁਪਏ ਸਾਈਕਲ ਘਟਾ ਦਿੱਤਾ ਵਾ, ਕਿਸੇ ਨੇ 150 ਰੁਪਏ ਸਾਈਕਲ ਘਟਾ ਦਿੱਤਾ ਵਾ, ਕਿਸੇ ਨੇ 300 ਰੁਪਏ ਸਾਈਕਲ ਘਟਾ ਦਿੱਤਾ ਵਾ। ਸਾਨੂੰ ਸਮਝ ਨਹੀਂ ਲੱਗਦੀ ਸਾਈਕਲ ਪਾਰਟ ਦੇ ਵਿੱਚ ਐਡਾ ਮਾਰਜਨ ਹੈਗਾ ਵੀ ਜਿਹੜਾ ਇਹਨਾਂ ਨੇ ਇੰਨਾ ਰੇਟ ਘਟਾਤਾ। ਦੇਖੋ ਰੇਟ ਘਟਣ ਦਾ ਵੀ ਇੱਕ ਮਾਰਕੀਟ ਦੇ ਵਿੱਚ ਮੈਸੇਜ ਗਲਤ ਚਲੇ ਜਾਂਦਾ ਵਾ। ਜਿਹੜੇ ਸਾਡੇ ਡੀਲਰ ਹੁੰਦੇ ਆ ਨਾ, ਉਹ ਸਾਡਾ ਨਜਾਇਜ਼ ਫਾਇਦਾ ਉਠਾਉਂਦੇ ਆ ਵੀ ਰੇਟ ਹੁਣ ਡੇ ਬਾਏ ਡੇ ਘਟਣੇ ਰਹਿਣ ਦਿਓ ਜੀ, ਉਹ ਵੀ ਹੁਣ ਸਟਾਕ ਨਹੀਂ ਕਰਦੇ। ਇਸੇ ਤਰੀਕੇ ਨਾਲ ਇਹ ਕਹਿ ਰਹੇ ਹੋ ਕਿ ਅੱਜ ਵੱਡੀਆਂ ਕੰਪਨੀਆਂ ਜਿਹੜੀ ਲੀਡਰ ਹੈ ਸਾਈਕਲ ਇੰਡਸਟਰੀ ਦੀ, ਇੰਡੀਅਨ ਸਾਈਕਲ ਇੰਡਸਟਰੀ ਦੀ, ਉਹੀ ਕਿਤੇ ਨਾ ਕਿਤੇ ਆਪਣੇ ਨਿੱਜੀ ਸਵਾਰਥਾਂ ਜਾਂ ਬੈਨੀਫਿਟ ਲਈ ਜਿਹੜਾ ਪੂਰੀ ਸਾਈਕਲ ਇੰਡਸਟਰੀ ਦਾ ਨੁਕਸਾਨ ਕਰ ਰਹੇ ਹਨ। ਸਾਡੇ OEM ਦਾ ਵੀ ਬੜਾ ਵੱਡਾ ਰੋਲ ਆ ਵੀ ਅਸੀਂ ਅਪਗ੍ਰੇਡ ਨਹੀਂ ਹੋਏ। ਅਗਰ OEM ਸਾਨੂੰ ਦੱਸਣ ਵੀ ਆਹ ਚੀਜ਼ ਆਹ ਆਈਟਮਾਂ ਬਾਹਰੋਂ ਬਣਦੀ ਇੱਥੇ ਬਣਾਓ, ਇੱਥੇ ਟੈਲੈਂਟ ਹੈ, ਸਭ ਕੁਛ ਹੈ, ਅਸੀਂ ਕਿਉਂ ਨਹੀਂ ਬਣਾਵਾਂਗੇ, ਬਣਾ ਸਕਦੇ ਹਾਂ। ਤੁਸੀਂ ਸਿੱਧੇ ਸ਼ਬਦਾਂ 'ਚ ਇਹ ਕਹਿ ਰਹੇ ਹੋ ਕਿ ਸਾਨੂੰ ਬਾਹਰਲੇ ਦੁਸ਼ਮਣਾਂ ਤੋਂ ਖਤਰਾ ਨਹੀਂ ਹੈ, ਆਪਣੇ ਘਰ ਦੇ ਹੀ ਮਾਰਦੇ ਪਏ। ਬਿਲਕੁਲ ਜੀ, ਸਾਡੇ ਜਿਹੜੇ ਟੈਂਡਰ ਦੇ ਆਰਡਰ ਆ ਰਹੇ ਹੈ ਇਹ ਬਹੁਤ ਜ਼ਿਆਦਾ ਵਧੀਆ ਨਹੀਂ ਸਾਡੇ ਲਈ ਆਉਣੇ। ਅਸੀਂ ਨਹੀਂ ਕਹਿੰਦੇ ਵੀ ਟੈਂਡਰ ਸਾਈਕਲ ਵਿਕਣਾ ਚਾਹੀਦਾ, ਪਰ ਟੈਂਡਰ ਦੇ ਵਿੱਚ ਸਾਈਕਲ ਦੀ ਸਾਡੀ ਕੁਆਲਿਟੀ ਵੀ ਖਰਾਬ ਹੋ ਗਈ ਅਤੇ ਸਾਨੂੰ ਪ੍ਰੋਪਰ ਰੇਟ ਵੀ ਨਹੀਂ ਮਿਲਦਾ। ਜਿਹੜੇ 2022 ਹੈਗਾ ਇਹ ਵੀ ਬਹੁਤ ਵਧੀਆ ਨਹੀਂ ਹੈ, ਤਾਂ ਸਾਨੂੰ ਸਟਰਗਲ ਵਾਸਤੇ ਕਰਨਾ ਪੈਣਾ ਅਗਲੇ ਸਾਲ ਬਾਈ। ਜਿਹੜਾ ਕੁਛ ਦੇਖਿਓ ਥੋੜ੍ਹੇ ਦਿਨਾਂ ਵਿੱਚ ਦੇਖਿਓ, ਮਾਰਚ ਤੋਂ ਪਹਿਲਾਂ ਬਹੁਤ ਕੰਪਨੀਆਂ ਮਤਲਬ ਬੜੇ ਮੂੰਹ 'ਚ ਕਹਿਣ ਗੱਲ ਲੱਗਦੀ ਨਹੀਂ ਵੀ ਮੈਂ ਗੱਲ ਇਹ ਕਹਾਂ, ਬੜੀਆਂ ਕੰਪਨੀਆਂ ਸਾਡੀਆਂ ਬੰਦ ਹੋ ਜਾਣੀਆਂ ਵਾ। जनहितैषी TRP नहीं खरीदते, भरोसा जीतते हैं हम। नमस्कार, मैं संदीप शर्मा एक बार फिर तुहाडे नाल रूबरू हो रहे हैं। ਦੋਸਤੋ, ਲਗਾਤਾਰ ਪੰਜਾਬ ਦੇ ਵਿੱਚ ਇੰਡਸਟਰੀ ਦੀ ਜਿਹੜੀ ਹਾਲਾਤ ਹੈ ਉਹ ਵਿਗੜਦੀ ਜਾ ਰਹੀ ਹੈ। ਦੇਸ਼ ਦੀ ਇੰਡਸਟਰੀ ਬਹੁਤ ਸਾਰੀ ਇਹੋ ਜਿਹੀ ਇੰਡਸਟਰੀ ਹੈ ਜਿਹੜੀ ਕਿ ਲੁਧਿਆਣਾ ਪੰਜਾਬ ਦੇ ਵਿੱਚ ਹੈ, ਪਰ ਉਹ ਦੇਸ਼ ਨੂੰ ਜਿਹੜਾ ਉਹਦਾ ਨੇਤਰਤਵ ਕਰਦੀ ਹੈ। ਸੋ ਇਹ ਸਾਰਿਆਂ ਦੇ ਵਿੱਚ ਇੱਕ ਖਾਸ ਇੰਡਸਟਰੀ ਹੈ ਜਿਹੜੀ ਸਾਈਕਲ ਐਂਡ ਸਾਈਕਲ ਪਾਰਟਸ ਹੈ। ਜੇ ਗੱਲਬਾਤ ਕਰੀਏ ਤਾਂ ਲਗਭਗ 90% ਸਾਈਕਲ ਐਂਡ ਸਾਈਕਲ ਪਾਰਟਸ ਜਿਹੜੀ ਇੰਡਸਟਰੀ ਹੈ ਲੁਧਿਆਣੇ 'ਚ ਹੀ ਬਸੀ ਹੋਈ ਹੈ। ਪਰ ਇਸ ਟਾਈਮ ਇੰਡਸਟਰੀ ਦੇ ਹਾਲਾਤ ਕੋਈ ਬਹੁਤ ਜ਼ਿਆਦਾ ਚੰਗੇ ਨਹੀਂ ਚੱਲ ਰਹੇ। ਆਤਮ ਮੰਥਨ ਕੀਤਾ ਜਾ ਰਿਹਾ ਵੱਖ-ਵੱਖ ਸੰਸਥਾਵਾਂ ਵੱਲੋਂ, ਕਾਰੋਬਾਰੀਆਂ ਵੱਲੋਂ। ਸੋ ਇਹ ਸਾਰੇ ਮਾਮਲੇ ਦੇ ਵਿੱਚ ਅੱਜ ਇੱਕ ਵਾਰੀ ਫਿਰ ਰੂਬਰੂ ਹੋਵਾਂਗੇ ਚਰਨਜੀਤ ਵਿਸ਼ਕਰਮਾ ਜੀ ਨਾਲ, ਜਿਹੜੇ ਕਿ ਸਾਈਕਲ ਇੰਡਸਟਰੀ ਦੇ UCPMA ਦੇ ਐਕਸ ਪ੍ਰੈਜ਼ੀਡੈਂਟ ਵੀ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਜਿੱਥੇ ਅੱਜ ਵੀ ਲੀਡ ਕਰ ਰਹੇ ਆ, ਉੱਥੇ ਹੀ ਖੁਦ ਵੀ ਇੱਕ ਵੱਡੇ ਕਾਰਪੋਰੇਟ ਕਾਰੋਬਾਰੀ ਹੈਗੇ ਨੇ। ਸੋ ਗੱਲਬਾਤ ਕਰਦੇ ਹਾਂ ਕਿ ਕੀ ਹੈ ਜ਼ਮੀਨੀ ਹਕੀਕਤ ਤੇ ਤਰਾਹੀ ਕਿਉਂ ਹੋਈ ਹੈ। ਸਰ ਨਮਸਕਾਰ। ਨਮਸਕਾਰ ਜੀ। ਸਰ ਕੀ ਕਹਿ ਰਹੇ ਹੋ, ਅੱਜ ਕਹਿੰਦੇ ਸਾਈਕਲ ਇੰਡਸਟਰੀ 'ਚ ਤਰਾਹੀ ਹੋਈ ਹੈ, ਕੁਛ ਵੀ ਫਿਊਚਰ ਜਿਹੜਾ ਹੈਗਾ ਬੜਾ ਮਤਲਬ ਨਜ਼ਰ ਨਹੀਂ ਆ ਰਿਹਾ ਇੰਡਸਟਰੀਅਲਿਸਟ ਜਾਂ ਕਾਰੋਬਾਰੀ ਜੋ ਗੱਲ ਕਰ ਰਹੇ, ਕੀ ਇਹ ਸੱਚ ਹੈ? ਬਿਲਕੁਲ, ਇਹ ਬਿਲਕੁਲ ਸੱਚ ਹੈਗਾ ਵਾ, ਕਿਉਂਕਿ ਜਨਵਰੀ ਤੋਂ ਔਨਵਰਡ ਟਿਲ ਟੂਡੇ ਤੱਕ ਜਿਹੜੀ ਸਾਡੀ ਸਾਈਕਲ ਦੀ ਸੇਲ ਹੈਗੀ ਆ ਡੇ ਬਾਏ ਡੇ ਘਟ ਰਹੀ ਹੈਗੀ ਹੈ। ਘਟਣ ਦੇ ਕਾਰਨ ਕਰਕੇ ਜਿਹੜੀ ਸਾਡੀ ਬਾਈਸਾਈਕਲ ਇੰਡਸਟਰੀ ਹੈ ਤਕਰੀਬਨ ਅਸੀਂ 8 ਘੰਟੇ ਵੀ ਸਾਡੇ ਲਈ ਚਲਾਉਣੇ ਬੜੇ ਮੁਸ਼ਕਲ ਹੋ ਗਏ ਹੈ। ਸੋ ਇਹਦਾ ਘਟਣ ਦਾ ਕਾਰਨ ਅਸੀਂ ਲੋਕ ਆਪ ਹੀ ਹੈਗੇ, ਕਿਉਂਕਿ ਅਸੀਂ ਆਪਣੀਆਂ ਜਿਹੜੀਆਂ ਪ੍ਰੋਡਕਸ਼ਨਾਂ ਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਚਲਾਇਆ। ਔਰ ਜਿਹੜੇ ਸਾਡੇ ਅੱਜ ਅਸੀਂ ਕੰਪੋਨੈਂਟ ਬਣਾ ਰਹੇ ਹਾਂ, ਸਪੋਜ਼ ਮੈਂ ਕੋਈ ਬ੍ਰੇਕ ਸਿਸਟਮ ਬਣਾਉਣਾ ਜਾਂ ਕੋਈ ਫਰੀ ਵੀਲ ਹੋਰ ਆਈਟਮਾਂ ਬਣ ਰਹੀਆਂ, ਉਹ 20-30 ਜਿਹੜੇ ਮਤਲਬ ਮੈਨੂਫੈਕਚਰ ਬਣ ਗਏ ਆ। ਉਹ ਕੀ ਹੈ ਨਾ, ਹਰ ਇੱਕ ਬੰਦਾ ਉੱਠਦਾ ਉਹਦੀ ਆਈਟਮ ਬਣ ਰਹੀ ਆ, ਅੱਛੀ ਡਿਮਾਂਡ ਉਹ ਬਣਾ ਲਓ ਜੀ। ਕੋਈ ਉਹਦੇ ਕੋਲੇ ਕੋਈ ਇਹ ਨਟਸ਼ਲ ਫਾਰਮੂਲਾ ਨਹੀਂ ਹੁੰਦਾ ਵਾ ਵੀ ਇਹਦੀ ਇੰਨੀ ਡਿਮਾਂਡ ਆ, ਇਹਦੇ ਇੰਨੇ ਵੈਂਡਰ ਚਾਹੀਦੇ ਆ, ਇੰਨੀ ਜ਼ਿਆਦਾ ਇਹਦੀ ਡਿਮਾਂਡ ਨਹੀਂ ਹੈ, ਉਹ ਨਾ ਬਣਾਵੇ। ਉਹ ਉੱਠਦਾ ਮੇਰਾ ਗਵਾਂਢੀ ਵਧੀਆ ਬਣਾਉਂਦਾ, ਉਹ ਨਾਲ ਆਪਣੀ ਉਹ ਆਈਟਮ ਸ਼ੁਰੂ ਕਰ ਦਿੰਦਾ ਵਾ।
ਉਹਦੇ ਨਾਲ ਕੀ ਹੋਇਆ ਵੀ ਬਹੁਤ ਜ਼ਿਆਦਾ ਸਾਡੇ ਜਿਹੜਾ ਸਾਈਕਲ ਇੰਡਸਟਰੀ ਦੇ ਵਿੱਚ ਐਟਮਾਂ ਬਹੁਤ ਜ਼ਿਆਦਾ ਮੈਨੂਫੈਕਚਰ ਬਣਾਉਣ ਲੱਗ ਗਏ। ਇੱਕ ਐਟਮ 20 25 ਐਟਮ ਇੱਕ ਮੈਨੂਫੈਕਚਰ ਬਣਾਉਣ ਲੱਗ ਗਿਆ। ਉਹਦੇ ਨਾਲ ਕੀ ਹੋਇਆ, ਇਸ ਟਾਈਮ ਕੀ ਹੋਇਆ, ਕਿਉਂਕਿ ਇਹ ਜਿਹੜਾ ਸਲੋਡਾਊਨ ਚੱਲ ਰਿਹਾ ਇਹਦਾ ਕਾਰਨ ਇੱਕ ਇਹ ਵੀ ਹੈ ਵੀ ਜਦੋਂ ਆਫਟਰ ਕੋਵਿਡ ਸੀਗਾ, ਕੋਵਿਡ ਤੋਂ ਬਾਅਦ ਜਿਹੜੀ ਤੇਜ਼ੀ ਦੇਖੀ ਆਈ ਸੀ ਜਿਹੜੀ ਅਸੀਂ ਉਹ ਅੱਜ ਤੱਕ ਉਹ ਤੇਜ਼ੀ ਵੀ ਨਹੀਂ ਦੇਖੀ। ਉਹ ਜਿਹੜਾ ਆਹ ਸਲੋਡਾਊਨ ਚੱਲ ਰਿਹਾ ਇਹ ਵੀ ਮੈਂ ਆਪਣੀ ਲਾਈਫ ਦੇ ਵਿੱਚ ਤਕਰੀਬਨ 37 ਸਾਲ ਮੈਨੂੰ ਹੋ ਗਏ ਇਸ ਲਾਈਨ ਦੇ ਵਿੱਚ ਸਾਈਕਲ ਇੰਡਸਟਰੀ ਵਿੱਚ, ਮੈਂ ਇਦਾਂ ਦਾ ਕਦੇ ਸਲੋਡਾਊਨ ਨਹੀਂ ਦੇਖਿਆ। ਵਿਸ਼ਕਰਮਾ ਜੀ, ਮੈਂ ਇਹਦੇ ਵਿੱਚ ਇੱਕ ਚੀਜ਼ ਪੁੱਛਣਾ ਚਾਹਾਂਗਾ। ਲਗਭਗ 15 ਸਾਲ ਹੋ ਗਏ ਸਾਨੂੰ ਵੀ ਤੁਹਾਡੇ ਨਾਲ ਜੁੜੇ ਹੋਏ, ਤੁਹਾਡੀਆਂ ਖਬਰਾਂ ਕਵਰ ਕਰਦੇ ਹੋਏ ਇੰਡਸਟਰੀ ਦੀ, ਸਾਰ ਕਰਕੇ ਮੈਂ ਸਾਈਕਲ ਇੰਡਸਟਰੀ ਦੀ ਗੱਲ ਕਰ ਰਹੀ ਹਾਂ, ਮੈਂ ਤੁਹਾਡੇ ਵੀ ਪਰਟੀਕੂਲਰ ਗੱਲ ਕਰ ਰਿਹਾ। ਮੈਂ ਪਿਛਲੇ 15 ਸਾਲਾਂ ਤੋਂ ਇਹੀ ਦੇਖ ਰਿਹਾ ਕਿ ਸਾਈਕਲ ਇੰਡਸਟਰੀ ਇਹੀ ਰੋਈ ਜਾ ਰਹੀ ਹੈ ਕਿ ਬਹੁਤ ਮੰਦਾ ਹੈ, 2-3 ਮਹੀਨੇ ਮੰਦੇ ਦੇ ਹੁੰਦੇ ਆ ਤੇ ਆਪਾਂ ਮੰਦਾ ਕਰਨ ਲੱਗ ਜਾਂਦੇ, ਫਿਰ ਤੀਜੀ ਆ ਜਾਂਦੀ ਹੈ ਤੇ 9 ਮਹੀਨੇ ਉਹ ਲੰਘ ਜਾਂਦੇ, ਉਦੋਂ ਕੁਝ ਨਹੀਂ ਬੋਲਦੇ। ਇੱਕ ਪਿਛਲੇ 15-20 ਸਾਲ ਤੋਂ ਇਹੀ ਕਹੀ ਜਾਂਦੇ ਕਿ ਸਾਡੀ ਇੰਡਸਟਰੀ ਅਪਗ੍ਰੇਡ ਨਹੀਂ ਹੋਈ। ਮਤਲਬ ਇਹ ਕੁੱਲ ਮਿਲਾ ਕੇ 15-20 ਸਾਲਾਂ 'ਚੋਂ ਅਸੀਂ ਸੁਣੀ ਇਹੀ ਜਾਂਦੇ। ਕਿਉਂ ਨਹੀਂ ਤੁਸੀਂ ਫਿਰ ਆਪਣੇ ਆਪ ਨੂੰ ਅਪਗ੍ਰੇਡ ਕਰਦੇ? ਕਿੱਥੇ ਕਮੀ ਹੈ, ਕੀ ਕਰਨਾ ਚਾਹੀਦਾ ਸੀ, ਕਿੱਥੇ ਅਸੀਂ ਲੈਕ ਕੀਤਾ? ਦੇਖੋ, ਇਹ 'ਚ ਨੋ ਡਾਊਟ ਵੀ ਅਸੀਂ ਆਪਣੀ ਇੰਡਸਟਰੀ ਨੂੰ, ਆਪਣੇ ਕਾਰੋਬਾਰ ਜਿਹੜੇ ਅਸੀਂ ਫੈਕਟਰੀਆਂ ਚਲਾ ਰਹੇ ਹਾਂ, ਅਪਗ੍ਰੇਡ ਆਪਾਂ ਨਹੀਂ ਕੀਤਾ। ਅੱਜ ਵੀ ਅਸੀਂ ਮਤਲਬ ਡਿਪੈਂਡਡ ਆ ਕਾਲੇ ਸਾਈਕਲ 'ਤੇ, ਜਿਹਨੂੰ ਰੋਟਰਸ ਬਾਈਸਾਈਕਲ ਕਹਿੰਦੇ ਆ। ਅੱਜ ਵੀ ਦੇਖੋ ਉਹਦੇ ਨਾਲ ਕੀ ਹੋ ਗਿਆ, ਜਿਹੜੇ ਉਹ ਕੰਪੋਨੈਂਟ ਅਸੀਂ ਬਣਾ ਰਹੇ ਹਾਂ, ਉਹ ਕੰਪੋਨੈਂਟ ਸਿਰਫ ਉਸ ਸਾਈਕਲ ਦੇ ਵਿੱਚ ਹੀ ਲੱਗਣੇ ਆ। ਠੀਕ ਹੈ, ਉਹ ਕੰਪੋਨੈਂਟ ਜੇ ਉਹਦੀ ਡਿਮਾਂਡ ਵੱਧ ਜਾਂਦੀ ਹੈ ਜਾਂ ਟੈਂਡਰ 'ਚ ਆਰਡਰ ਆ ਜਾਂਦਾ ਵਾ, ਇੱਕ ਟੈਂਡਰ ਦਾ ਵੀ ਇੱਕ ਬਹੁਤ ਵੱਡਾ ਸਾਡੀ ਇੰਡਸਟਰੀ ਨੂੰ ਨੁਕਸਾਨ ਹੋ ਰਿਹਾ ਵਾ। ਟੈਂਡਰ ਕਰਕੇ ਜਿਹੜੇ ਇੱਥੋਂ ਸਾਈਕਲ ਹਰ ਮਹੀਨੇ ਤਕਰੀਬਨ ਪਿਛਲੇ 50 ਲੱਖ ਸਾਈਕਲ ਦਾ ਆਰਡਰ ਆਇਆ, ਉਦੋਂ ਪਹਿਲਾਂ ਜ਼ਿਆਦਾ ਵੀ ਸੀ, ਹੁਣ ਡੇ ਬਾਏ ਡੇ ਘਟ ਰਿਹਾ ਵਾ। ਟੈਂਡਰ ਦਾ ਵੀ ਇੱਕ ਬਹੁਤ ਵੱਡਾ ਕਾਰਨ ਆ ਸਾਡੀ ਇੰਡਸਟਰੀ ਨੂੰ ਪਿੱਛੇ ਲੈ ਕੇ ਜਾਣ ਦਾ, ਕਿਉਂਕਿ ਉਹਦੇ ਵਿੱਚ ਪਾਰਟੀਕੂਲਰ ਇੱਕ ਲੇਡੀਜ਼ ਇੱਕ ਜੈਂਟਸ ਬਾਈਸਾਈਕਲ ਬਣਦਾ ਵਾ, ਉਹੀ ਅਸੀਂ ਭੇਜ ਦਿੰਦੇ ਹੈਗੇ ਆ। ਉਹਦੇ ਨਾਲ ਕੀ ਹੁੰਦਾ ਨਾ ਜੀ, ਡਿਮਾਂਡ ਸਪੋਜ਼ ਰੋਜ਼ ਦੀ 60-70 ਹਜ਼ਾਰ ਸਾਈਕਲ ਦੀ ਆ, ਡਿਮਾਂਡ ਉਨੀ ਆ। ਉਹ ਕੀ ਆ, ਗੌਰਮੈਂਟ ਚਾਹੇ ਅਸੀਂ ਗੌਰਮੈਂਟ ਦੇ ਥਰੂ ਵੇਚ ਦਈਏ, ਚਾਹੇ ਅਸੀਂ ਆਪ ਡਾਇਰੈਕਟ ਵੇਚ ਦਈਏ, ਗੌਰਮੈਂਟ ਇੱਥੋਂ ਸਾਈਕਲ ਹਾਇਰ ਕਰ ਲੈਂਦੇ ਹੈਗੇ ਆ। ਔਰ ਉਹਦੇ ਵਿੱਚ ਤੁਹਾਨੂੰ ਪਤਾ ਵੀ ਕੀ ਪ੍ਰਾਈਸ ਹੁੰਦੀ ਹੈ, ਔਰ ਜਿਹੜੇ ਪਾਰਟੀਕੂਲਰ ਸਾਡੇ ਵੈਂਡਰ ਉਹ ਆਈਟਮਾਂ ਬਣਾਉਂਦੇ ਆ, ਕਿਉਂਕਿ ਉਹਦੇ ਕੋਲ ਸਪੈਸ਼ਲ ਆਈਟਮਾਂ ਉਸ ਆਈਟਮ ਸਿੱਧੇ ਟੈਂਡਰ ਦੇ ਵਿੱਚ ਹੀ ਲੱਗਦੀਆਂ। ਉਹਦੇ ਨਾਲ ਕੀ ਹੁੰਦਾ ਵਾ ਵੀ ਜਿਹੜੇ ਸਾਡੇ OEM ਹੈਗੇ ਆ, ਉਹ ਪ੍ਰੋਪਰ ਵੈਂਡਰਾਂ ਨੂੰ ਰੇਟ ਵੀ ਨਹੀਂ ਪ੍ਰੋਪਰ ਦੇ ਪਾਉਂਦੇ ਹੈਗੇ ਆ, ਕਿਉਂਕਿ ਟੈਂਡਰ ਦੇ ਵਿੱਚ ਘੱਟ ਰੇਟ ਆਪ ਲੈ ਲੈਂਦੇ ਹੋਣਗੇ ਜਾਂ ਕੀ ਚੱਕਰ ਆ, ਸਾਨੂੰ ਨਹੀਂ ਪਤਾ ਹੈਗਾ ਵਾ। ਵਿਚਾਰੇ ਵੈਂਡਰ ਜਿਹੜੇ ਉਹ ਆਈਟਮਾਂ ਬਣਾਉਂਦੇ ਇਸ ਟਾਈਮ ਉਹਨਾਂ ਦੀ ਹਾਲਤ ਤਾਂ ਇਦੋਂ ਵੀ ਜ਼ਿਆਦਾ ਖਰਾਬ ਹੈਗੀ ਹੈ। ਸੋ ਜਿਹੜੀ ਡਿਵੈਲਪਮੈਂਟ ਦੀ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਆਪਣੇ ਆਪ ਨੂੰ ਮੇਨਟੇਨ ਕਿਉਂ ਨਹੀਂ ਕੀਤਾ ਹੈਗਾ, ਵੀ ਅਪਗ੍ਰੇਡੇਸ਼ਨ ਕਿਉਂ ਨਹੀਂ ਕੀਤੀ, ਉਹਦਾ ਕਾਰਨ ਵੀ ਇਹੀ ਆ ਵੀ ਅਸੀਂ ਇੱਕ ਕਾਲੇ ਸਾਈਕਲ ਦੇ ਮਗਰ ਲੱਗੇ ਰਹੇ। ਨਹੀਂ, ਪਰ ਤੁਸੀਂ ਆਪ ਹੀ ਮੰਨ ਰਹੇ ਹੋ ਕਿ ਸਾਡਾ ਆਪਣਾ ਹੀ ਕਸੂਰ ਹੈ, ਅਸੀਂ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕੀਤਾ। ਉਹ ਤਾਂ ਹੁਣ ਤੁਸੀਂ ਹੀ ਕਰਨਾ। ਹੁਣ ਜੇ ਉਹ ਕਹਿੰਦੇ ਰੋਟੀ ਪਈ ਹੈ ਸਾਹਮਣੇ ਤੇ ਬੁਰਕੀ ਤਾਂ ਤੁਸੀਂ ਆਪਣੇ ਮੂੰਹ 'ਚ ਆਪ ਹੀ ਪਾਣੀ ਹੈ, ਉਹ ਕੋਈ ਹੋਰ ਥੋੜੀ ਪਾਏਗਾ। ਦੇਖੋ, ਬਹੁਤ ਜਿਹੜੇ ਲੁਧਿਆਣੇ ਦੇ ਵਿੱਚ ਮੈਕਸਿਮਮ ਜਿਹੜੇ ਮੈਨੂਫੈਕਚਰ ਹੈਗੇ ਆ, ਬਹੁਤ ਘੱਟ ਬੰਦਿਆਂ ਨੇ ਅਪਗ੍ਰੇਡ ਕੀਤਾ ਵਾ। ਤੁਸੀਂ ਦੇਖੋ ਕਿੰਨੀ ਸਾਡੀ ਐਕਸਪੋਰਟ ਹੈਗੀ ਆ, ਉਹ ਲੈਸ ਦੈਨ 0.5% ਵੀ ਨਹੀਂ ਸਾਡੀ ਐਕਸਪੋਰਟ ਹੈਗੀ ਆ। ਹਾਲਾਂਕਿ ਯਾਦ ਹੈ ਆਪਾਂ ਗੱਲ ਹੀ ਨਹੀਂ ਕਰਦੇ ਕਦੀ, ਮੈਂ ਕਦੀ ਸੁਣਿਆ ਹੀ ਨਹੀਂ ਸਾਈਕਲ ਇੰਡਸਟਰੀ ਨੂੰ ਐਕਸਪੋਰਟ ਦੀਆਂ ਗੱਲਾਂ ਕਰਦੇ। ਇਹ ਤਾਂ ਬੜੀ ਦੇਰ ਬਾਅਦ ਇਹ ਸ਼ਬਦ ਸੁਣ ਰਹੇ ਹਾਂ ਤੁਹਾਡੇ। ਦੇਖੋ, ਐਕਸਪੋਰਟ ਸਾਡਾ ਡੇ ਬਾਏ ਡੇ ਘੱਟ ਹੀ ਰਿਹਾ ਵਾ, ਕੋਈ ਜ਼ਿਆਦਾ ਅਸੀਂ ਐਕਸਪੋਰਟ ਯੂਰਪ ਦੇ ਵਿੱਚ ਤਾਂ ਅਸੀਂ ਬੜੀ ਮਤਲਬ ਨਾਮ ਮਾਤਰ ਹੀ ਅਸੀਂ ਸੇਲ ਕਰਦੇ ਹਾਂ, ਹਾਲਾਂਕਿ ਐਡੀ ਵੱਡੀ ਮਾਰਕੀਟ ਹੈਗੀ ਹੈ। ਔਰ ਤੁਸੀਂ ਦੇਖੋ ਚਾਈਨਾ ਨੇ 68% ਮਾਰਕੀਟ ਨੂੰ ਸੰਭਾਲਿਆ ਹੋਇਆ ਵਾ, ਉਹ ਸਾਰੇ ਵਰਲਡ ਵਿੱਚ ਉਹ ਸਾਈਕਲ ਦੇ ਰਿਹਾ ਵਾ। ਠੀਕ ਹੈ, ਤਕਰੀਬਨ 68% ਮਾਰਕੀਟ ਉਹਨੇ ਆਪਣੇ ਕਬਜ਼ੇ ਵਿੱਚ ਕੀਤੀ ਹੋਈ ਹੈ ਬਾਈਸਾਈਕਲ ਦੀ। ਤਕਰੀਬਨ 22 ਤੋਂ ਲੈ ਕੇ 25 ਕਰੋੜ ਲੱਖ ਸਾਈਕਲ ਉਹ ਬਣਾ ਰਿਹਾ ਵਾ। ਇੰਡੀਆ ਦੇ ਵਿੱਚ ਸਿਰਫ 1.5 ਤੋਂ 2 ਕਰੋੜ ਨਹੀਂ ਬਣਦਾ ਹੈਗਾ ਵਾ। ਸੋ ਅਪਗ੍ਰੇਡ ਉਹਦਾ ਕਾਰਨ ਵੀ ਇਹੀ ਹੈ ਵੀ ਅਸੀਂ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕੀਤਾ। ਅਗਰ ਚਾਈਨਾ ਇੰਨੇ ਸਾਈਕਲ ਬਣਾ ਰਿਹਾ ਵਾ, ਇੰਨੀ ਚੀਜ਼ ਕਰ ਰਹੇ ਆ, ਠੀਕ ਹੈ, ਅਸੀਂ ਅੱਜ ਵੀ ਉੱਥੇ ਹੀ ਬੈਠੇ ਹਾਂ, ਅੱਜ ਵੀ ਜੁਗਾੜੂ ਤਰੀਕੇ ਨਾਲ ਅਸੀਂ ਲੋਕ ਕੰਮ ਕਰ ਰਹੇ ਹੈਗੇ ਆ। ਸੋ ਇਹ ਤੋਂ ਹਟ ਕੇ ਜਿਹੜੀਆਂ ਕੰਪਨੀ ਹਟ ਗਈਆਂ, ਐਦਾਂ ਨਹੀਂ ਹੈ ਵੀ ਬਹੁਤ ਬੰਦਿਆਂ ਨੇ ਅਪਗ੍ਰੇਡੇਸ਼ਨ ਨਹੀਂ ਕੀਤੀ। ਜਿਨ੍ਹਾਂ ਨੇ ਕੀਤੀ ਆ ਉਹ ਅੱਜ ਵੀ ਠੀਕ ਹੈਗੇ ਆ। ਉਹ ਚਲੋ ਸਲੋ ਡਾਊਨ ਤਾਂ ਇਹ ਦੇਖਿਆ ਜਾਵੇ ਤਾਂ ਇਹ ਚਾਈਨਾ ਵਿੱਚ ਵੀ ਸਲੋ ਡਾਊਨ ਆ, ਉੱਥੇ ਵੀ ਸਾਰੇ ਜਿੰਨੇ ਸਟਾਕ ਜਿੰਨੇ ਮੈਨੂਫੈਕਚਰ ਆ, ਇਹ ਵਰਲਡ ਵਾਈਡ ਸਲੋ ਡਾਊਨ ਇਹ ਹੈਗਾ। ਇਹਦਾ ਫੈਕਟ ਹੁਣ ਆਪਣੇ ਅੰਦਰ ਇੱਥੇ ਆਉਣ ਲੱਗ ਗਿਆ। ਅਮਰੀਕਾ ਵਿੱਚ ਵੀ ਸਲੋ ਡਾਊਨ ਆ, ਦੇਖੋ ਇੱਕ ਵਾਰ ਲੱਗਦੀ ਆ, ਉਹਦਾ ਵੀ ਇੱਕ ਕਾਰਨ ਹੈਗਾ, ਉਹਦਾ ਫੈਕਟ ਹੁਣ ਸਾਡੇ ਇੱਥੇ ਆਉਣ ਲੱਗ ਗਿਆ ਵਾ। ਸੋ ਅਪਗ੍ਰੇਡੇਸ਼ਨ ਤਾਂ ਬਹੁਤ ਜ਼ਰੂਰੀ ਹੈ ਸਾਡੀ ਇੰਡਸਟਰੀ ਨੂੰ। ਦੇਖੋ ਗੌਰਮੈਂਟ ਦਾ ਵੀ ਬਹੁਤ ਜ਼ਿਆਦਾ ਸਾਡੇ ਨਾਲ ਸਾਥ ਨਹੀਂ ਰਹਿੰਦਾ ਹੈਗਾ ਵਾ। ਤਕਰੀਬਨ ਦੇਖੋ GST ਇਹਨਾਂ ਨੇ 18% ਸਾਡੇ 'ਤੇ ਹੈਗਾ ਵਾ।
ਅਸੀਂ ਹੁਣ ਸਾਰੇ ਦੋਸਤਾਂ ਨੇ ਥੋੜ੍ਹੇ ਦਿਨ ਪਹਿਲਾਂ ਵੀ ਮੰਥਨ ਕੀਤਾ ਵੀ GST ਦੀ ਜਿਹੜੀ ਸਲੈਬ ਆ ਉਹਨੂੰ ਵੀ ਇੱਕ ਵਾਰੀ ਰੀਚੈੱਕ ਕਰਨਾ ਚਾਹੀਦਾ। ਤਕਰੀਬਨ ਸਾਡੇ ਸਾਰੇ ਦੋਸਤ ਕਹਿੰਦੇ ਵੀ ਇਹਨੂੰ 5% ਦੇ ਵਿੱਚ ਲਿਆਇਆ ਜਾਵੇ। ਇੱਕ ਸੁਣਿਆ ਕਿ ਅੱਜ ਕੱਲ੍ਹ ਇਹ ਵੀ ਗੱਲਾਂ ਚੱਲ ਰਹੀਆਂ ਕਿ ਵੱਡੀਆਂ ਕੰਪਨੀਆਂ ਵਰਸਿਸ ਜਿਹੜੇ ਮੈਨੂਫੈਕਚਰਰ ਜਾਂ ਛੋਟੀਆਂ ਕੰਪਨੀਆਂ, ਇਹ ਵੀ ਇੱਕ ਕੋਲਡ ਵਾਰ ਚੱਲ ਰਹੀ ਹੈ ਸਾਈਕਲ ਇੰਡਸਟਰੀ 'ਚ। ਇਹਦੇ ਕਰਕੇ ਵੀ ਇੰਡਸਟਰੀ ਦਾ ਬਹੁਤ ਨੁਕਸਾਨ ਹੋ ਰਿਹਾ। ਵੱਡੀਆਂ ਕੰਪਨੀਆਂ ਆਪਣਾ ਡਫਲੀ ਵਜਾ ਰਹੀਆਂ ਅਤੇ ਛੋਟੇ ਬੰਦੇ ਆਪਣੀ ਡਫਲੀ ਵਜਾ ਰਹੇ ਆ। ਉਹ ਹੋ ਕੀ ਰਿਹਾ ਕਿ ਆਪਸੀ ਲੜਾਈ ਦੇ ਵਿੱਚ ਨੁਕਸਾਨ ਇੰਡਸਟਰੀ ਪੂਰੀ ਦਾ ਹੋ ਰਿਹਾ। ਬਿਲਕੁਲ ਹੋ ਰਿਹਾ ਜੀ, ਕਿਉਂਕਿ ਜਿਹੜੀਆਂ ਸਾਡੀਆਂ ਵੱਡੀਆਂ ਕੰਪਨੀ ਹੈਗੀਆਂ ਨੇ ਕੀ ਕੀਤਾ, ਕਿਸੇ ਨੇ 400 ਰੁਪਏ ਸਾਈਕਲ ਘਟਾ ਦਿੱਤਾ ਵਾ, ਕਿਸੇ ਨੇ 150 ਰੁਪਏ ਸਾਈਕਲ ਘਟਾ ਦਿੱਤਾ ਵਾ, ਕਿਸੇ ਨੇ 300 ਰੁਪਏ ਸਾਈਕਲ ਘਟਾ ਦਿੱਤਾ ਵਾ। ਸਾਨੂੰ ਸਮਝ ਨਹੀਂ ਲੱਗਦੀ ਸਾਈਕਲ ਪਾਰਟ ਦੇ ਵਿੱਚ ਐਡਾ ਮਾਰਜਨ ਹੈਗਾ ਵੀ ਜਿਹੜਾ ਇਹਨਾਂ ਨੇ ਇੰਨਾ ਰੇਟ ਘਟਾਤਾ। ਦੇਖੋ ਰੇਟ ਘਟਣ ਦਾ ਵੀ ਇੱਕ ਮਾਰਕੀਟ ਦੇ ਵਿੱਚ ਮੈਸੇਜ ਗਲਤ ਚਲੇ ਜਾਂਦਾ ਵਾ। ਜਿਹੜੇ ਸਾਡੇ ਡੀਲਰ ਹੁੰਦੇ ਆ ਨਾ, ਉਹ ਸਾਡਾ ਨਜਾਇਜ਼ ਫਾਇਦਾ ਉਠਾਉਂਦੇ ਆ ਵੀ ਰੇਟ ਹੁਣ ਡੇ ਬਾਏ ਡੇ ਘਟਣੇ ਰਹਿਣ ਦਿਓ ਜੀ। ਉਹ ਵੀ ਹੁਣ ਸਟਾਕ ਨਹੀਂ ਕਰਦੇ। ਉਹ ਸਾਨੂੰ ਅੱਜ ਆਰਡਰ ਲਿਖਾਉਂਦੇ ਆ ਕਿਉਂਕਿ ਸਾਡੇ ਕੋਲ ਮਟੀਰੀਅਲ ਪਿਆ ਹੀ ਹੁੰਦਾ, ਦੂਸਰੇ ਦਿਨ ਅਸੀਂ ਭੇਜ ਦਿੰਦੇ ਆ। ਉਹ ਵੀ ਹੁਣ ਆਪਣੇ ਕੋਲ ਬਿਲਕੁਲ ਸਟਾਕ ਨਹੀਂ ਰੱਖਦੇ ਹੈਗੇ। ਠੀਕ ਆ, ਜਿਹੜੀਆਂ ਸਾਡੇ OEM ਨੂੰ ਵੀ ਚਾਹੀਦਾ ਵਾ ਉਹ ਆਪਣੇ ਵੈਂਡਰਾਂ ਨੂੰ ਨਾਲ ਲੈ ਕੇ ਚੱਲਣ, ਉਹਨਾਂ ਦੀ ਹੈਲਥ ਵੈਲਥ ਦਾ ਵੀ ਧਿਆਨ ਰੱਖਣ ਵੀ ਇਹ ਕੰਮ ਇਹਨਾਂ ਕੋਲ। ਤੁਸੀਂ ਸਿੱਧੇ ਤਰੀਕੇ ਨਾਲ ਇਹ ਕਹਿ ਰਹੇ ਹੋ ਕਿ ਅੱਜ ਵੱਡੀਆਂ ਕੰਪਨੀਆਂ ਜਿਹੜੀ ਲੀਡਰ ਹੈ ਸਾਈਕਲ ਇੰਡਸਟਰੀ ਦੀ, ਇੰਡੀਅਨ ਸਾਈਕਲ ਇੰਡਸਟਰੀ ਦੀ, ਉਹੀ ਕਿਤੇ ਨਾ ਕਿਤੇ ਆਪਣੇ ਨਿੱਜੀ ਸਵਾਰਥਾਂ ਜਾਂ ਬੈਨੀਫਿਟ ਲਈ ਜਿਹੜਾ ਪੂਰੀ ਸਾਈਕਲ ਇੰਡਸਟਰੀ ਦਾ ਨੁਕਸਾਨ ਕਰ ਰਹੀਆਂ ਨੇ। ਇਹਦੇ ਵਿੱਚ ਨੋ ਡਾਊਟ ਵੀ ਜਿਹੜੀਆਂ ਸਾਡੀਆਂ ਬੜੀਆਂ ਕੁਝ ਕੰਪਨੀਆਂ ਹੈਗੀਆਂ ਜਿਨ੍ਹਾਂ ਨੇ ਸਾਡੀ ਇੰਡਸਟਰੀ ਨੂੰ ਅਪਗ੍ਰੇਡ ਹੀ ਨਹੀਂ ਹੋਣ ਦਿੱਤਾ। ਇਹ ਸਾਡੇ OEM ਦਾ ਵੀ ਬੜਾ ਵੱਡਾ ਰੋਲ ਆ ਵੀ ਅਸੀਂ ਅਪਗ੍ਰੇਡ ਨਹੀਂ ਹੋਏ। ਅਗਰ OEM ਸਾਨੂੰ ਦੱਸਣ ਵੀ ਆਹ ਚੀਜ਼ ਆਹ ਆਈਟਮਾਂ ਬਾਹਰੋਂ ਬਣਦੀ ਇੱਥੇ ਬਣਾਓ, ਇੱਥੇ ਟੈਲੈਂਟ ਹੈ, ਸਭ ਕੁਛ ਹੈ, ਅਸੀਂ ਕਿਉਂ ਨਹੀਂ ਬਣਾਵਾਂਗੇ? ਬਣਾ ਸਕਦੇ ਹਾਂ। ਗੇਅਰ ਸ਼ਿਫਟਰ ਵੀ ਬਣਾ ਸਕਦੇ ਹਾਂ, ਹੋਰ ਚੀਜ਼ਾਂ ਅਸੀਂ ਬਣਾ ਸਕਦੇ ਹਾਂ। ਅਸੀਂ ਡਿਸਕ ਵੀ ਇੱਥੇ ਬਣਾ ਲਈ ਆ, ਹੋਰ ਆਪਣਾ ਹੋਰ ਜਿਹੜੇ ਕੰਪੋਨੈਂਟ ਬਾਹਰੋਂ ਆਉਂਦੇ ਸੀ ਅਸੀਂ ਇੱਥੇ ਬਣਾਈ ਜਾ ਰਹੇ ਆ ਨਾ। ਪਰ ਇਹ ਸਾਨੂੰ ਦੱਸਣ ਵੀ ਮੈਂ ਤੁਹਾਨੂੰ ਆਹ ਕੰਪੋਨੈਂਟ ਦਿੰਦਾ ਵੀ ਸਾਨੂੰ ਮਹੀਨੇ ਦਾ ਮੈਨੂੰ 20,000 50,000 ਰੁਪਏ ਚਾਹੀਦਾ, ਅਸੀਂ ਉਹ ਬਣਾਈਏ, ਅਸੀਂ ਮਸ਼ੀਨਰੀ ਵੀ ਖਰੀਦੀਏ ਕਰੀਏ। ਸਾਡੇ ਕੋਲ ਵੋਲਿਊਮ ਹੀ ਨਹੀਂ ਹੈ। ਵੋਲਿਊਮ ਨਾ ਹੋਣ ਕਰਕੇ ਅਸੀਂ ਆਪਣੀ ਇੰਡਸਟਰੀ ਨੂੰ ਅਪਗ੍ਰੇਡ ਵੀ ਨਹੀਂ ਕਰ ਪਾਉਂਦੇ। ਇੱਕ ਹੋਰ ਗੱਲ ਚੱਲ ਰਹੀ ਹੈ, ਚਰਚਾਵਾਂ ਚੱਲ ਰਹੀਆਂ ਕਿ ਅੱਜ ਕੱਲ੍ਹ ਇੱਦਾਂ ਦਾ ਵੀ ਹੋਇਆ ਕਿ ਹੁਣ ਟੈਂਡਰਾਂ ਦੇ ਵਿੱਚ ਵੀ ਆਪੋ ਧਾਪੀ ਪੈ ਗਈ ਹੈ। ਸਾਈਕਲ ਇੰਡਸਟਰੀ ਜਿਹੜੇ ਦੀ ਵੱਡੀਆਂ ਕੰਪਨੀਆਂ ਹੈ ਉਹ ਆਪਸੀ ਟੈਂਡਰ ਲੈਣ ਲਈ ਉੱਥੇ ਵੀ ਰੇਟ ਘਟਾ ਰਹੀਆਂ ਅਤੇ ਉਸ ਤੋਂ ਬਾਅਦ ਵੈਂਡਰਾਂ ਨੂੰ ਵੀ ਕਹਿ ਰਹੀਆਂ ਕਿ ਤੁਸੀਂ ਆਪਣਾ ਰੇਟ ਘਟਾ ਕੇ ਦਿਓ। ਮਤਲਬ ਇੱਕ ਤਰ੍ਹਾਂ ਦਾ ਮਜਬੂਰੀ, ਉਹ ਕਹਿੰਦੇ ਨਾ ਮਰਤਾ ਕਿਆ ਨਾ ਕਰਤਾ ਵਾਲਾ ਕੰਮ ਹੈ। ਇੱਦਾਂ ਦੀ ਵੀ ਕੋਈ ਗੱਲ ਹੈ? ਸੰਦੀਪ ਜੀ, ਇਹੀ ਤਾਂ ਗੱਲ ਤੁਹਾਨੂੰ ਦੱਸ ਰਹੇ ਆ। ਜਿਹੜਾ ਟੈਂਡਰ ਕਰਕੇ ਵੀ ਜਿਹੜੀ ਸਾਡੀ ਇੰਡਸਟਰੀ ਹੈ ਬਹੁਤ ਪਿੱਛੇ ਚਲੇ ਗਈ ਹੈ। ਇਹ ਆਪ ਟੈਂਡਰ ਦੇ ਵਿੱਚ ਰੇਟ ਘਟਾ ਲੈਂਦੇ ਆ ਜਾਂ ਕੀ ਆਪਸ ਵਿੱਚ ਕਰਦੇ ਆ, ਸਾਨੂੰ ਇਹਦੇ ਬਾਰੇ ਨਹੀਂ ਪਤਾ। ਠੀਕ ਹੈ, ਰੇਟ ਘਟਾ ਲੈਂਦੇ ਆ, ਉਹ ਆ ਕੇ ਆਪਣੇ ਵੈਂਡਰਾਂ ਦੇ ਰੇਟ ਘਟਾ ਦਿੰਦੇ ਆ। ਉਹ ਵੈਂਡਰ ਵਿਚਾਰਿਆਂ ਨੂੰ ਅੱਗੇ ਨਹੀਂ ਪੈਸੇ ਬਚਦੇ ਹੁੰਦੇ, ਉਹ ਉਹਨੂੰ ਕਹਿ ਦਿੰਦੇ ਵੀ ਤੈਨੂੰ ਭਾਈ ਆ ਸਪੋਜ਼ ਫਰੀ ਬਿੱਲ ਆ, ਮੈਨੂੰ 30 ਰੁਪਏ ਦਾ ਚਾਹੀਦਾ ਜਾਂ 27 ਰੁਪਏ ਦਾ ਚਾਹੀਦਾ। ਉਹ 32 33 ਰੁਪਏ ਘਰੇ ਨਹੀਂ ਪੈਂਦਾ ਉਹਨੂੰ, ਉਹ ਵਿਚਾਰਾ 27 ਰੁਪਏ ਦਾ ਕਿੱਥੋਂ ਦਊਗਾ? ਉਹ ਫਿਰ ਵੀ ਉਹਨੂੰ ਉਹ ਹੁੰਦਾ ਮੈਂ ਕੰਮ ਚਲਾਉਣਾ, ਮੈਂ ਡਿਪੈਂਡੈਂਟ ਦੇ ਉੱਪਰ, ਉਹ ਦੇ ਦਿੰਦਾ ਵਾ। ਹੌਲੀ ਹੌਲੀ ਉਹ ਵੈਂਡਰ ਵਿਚਾਰਾ ਮਰ ਜੂਗਾ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਇੰਡਸਟਰੀ ਦੀ ਹਾਲਤ ਚੱਲ ਰਹੀ ਹੈਗੀ ਹੈ। ਸੋ ਸਾਨੂੰ ਤੁਸੀਂ ਸਿੱਧੇ ਸ਼ਬਦਾਂ 'ਚ ਇਹ ਕਹਿ ਰਹੇ ਹੋ ਕਿ ਸਾਨੂੰ ਬਾਹਰਲੇ ਦੁਸ਼ਮਣਾਂ ਤੋਂ ਖਤਰਾ ਨਹੀਂ ਹੈ, ਆਪਣੇ ਘਰ ਦੇ ਹੀ ਮਾਰਦੇ ਪਏ। ਬਿਲਕੁਲ ਜੀ, ਸਾਡਾ ਜਿਹੜਾ ਟੈਂਡਰ ਦੇ ਆਰਡਰ ਆ ਰਹੇ ਹੈ ਇਹ ਬਹੁਤ ਜ਼ਿਆਦਾ ਵਧੀਆ ਨਹੀਂ ਸਾਡੇ ਲਈ ਆਉਣੇ। ਅਸੀਂ ਨਹੀਂ ਕਹਿੰਦੇ ਵੀ ਟੈਂਡਰ ਸਾਈਕਲ ਵਿਕਣਾ ਚਾਹੀਦਾ, ਪਰ ਟੈਂਡਰ ਦੇ ਵਿੱਚ ਸਾਈਕਲ ਦੀ ਸਾਡੀ ਕੁਆਲਿਟੀ ਵੀ ਖਰਾਬ ਹੋ ਗਈ ਅਤੇ ਸਾਨੂੰ ਪ੍ਰੋਪਰ ਰੇਟ ਵੀ ਨਹੀਂ ਮਿਲਦਾ। ਜਿਹੜੇ ਉਹ ਟੈਂਡਰ ਦੇ ਸਾਡੇ ਵੈਂਡਰ ਬਣਾ ਰਹੇ ਉਹ ਆਈਟਮਾਂ, ਉਹ ਵੀ ਵਿਚਾਰੇ ਡੇ ਬਾਏ ਡੇ ਪਿੱਛੇ ਜਾ ਰਹੇ ਹੈਗੇ। ਸੋ ਕੀ ਕਹਿਣਾ ਕੀ ਚਾਹੁੰਦੇ ਹੋ? ਉਹਦਾ ਹੱਲ ਕੀ ਹੈ? ਸਾਨੂੰ ਕਿੱਦਾਂ ਇਸ ਸਾਰੇ ਚੀਜ਼ 'ਚੋਂ ਸਿਚੁਏਸ਼ਨ 'ਚੋਂ ਅਸੀਂ ਬਾਹਰ ਆ ਸਕਦੇ ਹਾਂ ਅਤੇ ਸਾਈਕਲ ਇੰਡਸਟਰੀ ਨੂੰ ਬਚਾ ਸਕਦੇ ਹਾਂ? ਦੇਖੋ ਇਸ ਟਾਈਮ ਤਾਂ ਹਾਲਤ ਜੋ ਚੱਲ ਰਹੀ ਹੈਗੀ ਆ, ਦੇਖਿਆ ਜਾਵੇ ਤਾਂ ਬਾਈ ਤਾਂ ਬਿਲਕੁਲ ਆਪਾਂ ਨੂੰ ਇਸ ਟਾਈਮ ਤਾਂ ਆਪਾਂ ਆਪਣੇ ਆਪ ਨੂੰ ਜੀਣ ਵਾਸਤੇ ਆਪਾਂ ਇਹ ਸਾਲ ਆਪਣਾ ਨਿਕਲ ਜਾਣਾ ਵੀ ਆਪਾਂ ਆਪਣੇ ਆਪ ਨੂੰ ਕਿੱਦਾਂ ਇਹਨੂੰ ਮੇਨਟੇਨ ਰੱਖੀਏ ਔਰ ਬਚ ਜਾਈਏ। ਜਿਹੜਾ 2023 ਆ ਉਹਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਵਧੀਆ ਸਕੋਪ ਨਹੀਂ ਦਿਖਦਾ ਹੈਗਾ ਵਾ, ਕਿਉਂਕਿ ਅਸੀਂ ਕਈ ਫੋਰਨ ਕੰਪਨੀਆਂ ਨਾਲ ਕੰਮ ਕਰਦੇ ਹਾਂ, ਜੋ ਸਾਨੂੰ ਸ਼ਡਿਊਲ ਉਹਨਾਂ ਦੇ ਫੋਰਕਾਸਟ ਆਇਆ ਤਕਰੀਬਨ ਬਹੁਤ ਘੱਟ ਆਏ ਹੈਗੇ ਆ। ਸੋ 23 ਵੀ ਬਹੁਤ ਵਧੀਆ ਨਹੀਂ ਚੱਲੂਗਾ। ਮੈਂ ਸਾਰੀ ਇੰਡਸਟਰੀ ਨੂੰ ਇਹੀ ਰਿਕੁਐਸਟ ਕਰੂੰਗਾ ਵੀ ਉਹ ਆਪਣੇ ਅੰਦਰ ਸਟਾਕ ਜਾਂ ਜਿਹੜੇ ਚੀਜ਼ਾਂ ਪਰਚੇਜ ਕਰ ਰਹੇ ਆ ਜਾਂ ਰਾ ਮਟੀਰੀਅਲ ਲੈ ਰਹੇ ਉਹਨਾਂ ਕੀ ਲੈਣ ਜਿੰਨਾ ਕਿ ਉਹ 2-3 ਮਹੀਨੇ ਦੇ ਵਿੱਚ ਉਹ ਕੰਮ ਕਰ ਪਾਉਣਗੇ। ਬਹੁਤ ਓਵਰ ਸਟਾਕ ਨਹੀਂ ਕਰਨਾ ਚਾਹੀਦਾ, ਕਿਉਂਕਿ ਰੇਟ ਸਾਈਕਲ ਇੰਡਸਟਰੀ ਦੇ ਘੱਟ ਵੀ ਰਹੇ ਹੈਗੇ ਆ। ਆਪਾਂ ਜ਼ਿਆਦਾ ਸਟਾਕ ਕਰਾਂਗੇ, ਅੱਜ ਚੀਜ਼ ਕੋਈ ਪਰਚੇਜ ਕੀਤੀ ਉਹ ਦੂਸਰੇ ਦਿਨ ਘੱਟ ਜਾਂਦੀ ਹੈ। ਸੋ ਓਵਰ ਬਜਟਿੰਗ ਜਿਹੜੀ ਓਵਰ ਸਾਈਕਲ ਦੀ ਸੀ ਆਪਾਂ ਬਣਾ ਮੈਨੂਫੈਕਚਰਿੰਗ ਹੋ ਗਈ, ਉਹਦਾ ਵੀ ਇੱਕ ਨੁਕਸਾਨ ਹੈ। ਔਰ ਤੀਸਰਾ ਸਭ ਤੋਂ ਵੱਡਾ ਜਿਹੜੀ ਸਾਨੂੰ ਪ੍ਰੋਬਲਮ ਮਾਰ ਪਈ ਹੈ ਵੀ ਦੇਖੋ ਪੁਰਾਣੇ OEM ਸੀਗੇ ਸਾਰੇ, ਠੀਕ ਆ, ਉਹ ਕੋਈ 18,000 20,000 ਸਾਈਕਲ ਬਣਾਉਂਦਾ ਸੀ, ਕੋਈ 5-7 ਹਜ਼ਾਰ ਸਾਈਕਲ ਬਣਾਉਂਦਾ ਸੀਗਾ। ਔਰ ਦੇਖੋ ਇੱਕ ਐਟਲਸ ਸਾਈਕਲ ਕੰਪਨੀ ਸੀ, ਉਹ ਵਿਚਾਰੀ ਬੰਦ ਹੋ ਗਈ ਹੈ। ਉਹ ਵੀ ਤਕਰੀਬਨ ਦੇਖਿਆ ਜਾਵੇ ਰੋਜ਼ ਦਾ 5-7 ਹਜ਼ਾਰ ਸਾਈਕਲ ਬਣਾਉਂਦੀ ਸੀਗੀ। ਇਹ ਡਿਮਾਂਡ ਗਈ ਕਿੱਥੇ?
OEM ਦੀ ਅੱਜ ਸੇਲ ਦੇਖੋ, ਉਹਨਾਂ ਦੇ ਜਿਹੜੇ ਸਾਈਕਲ ਕੋਈ 18,000 ਬਣਾਉਂਦਾ ਸੀ ਉਹ ਅੱਜ 5-7 ਹਜ਼ਾਰ ਤੇ ਰਹਿ ਗਏ। ਇਹ ਕਿੱਥੇ ਚਲੀ ਗਈ ਡਿਮਾਂਡ? ਇਹ ਡਿਮਾਂਡ ਚਲੀ ਗਈ ਜਿਹੜੇ ਸੈਕੰਡ ਸਪਲਾਇਰ ਮੈਨੂਫੈਕਚਰ ਹੈਗੇ ਆ। ਸੈਕੰਡ ਮੈਨੂਫੈਕਚਰ ਮਤਲਬ ਸਮਝ ਲਓ ਵੀ ਕੋਈ ਫਰੇਮ ਬਣਾਉਂਦਾ ਵਾ ਜਾਂ ਕੋਈ ਫਰੀ, ਉਹਨੇ ਕੀ ਇੱਕ ਆਪਣਾ ਅਸੈਂਬਲਿੰਗ ਯੂਨਿਟ ਲਗਾਤੇ। ਬਹੁਤ ਕੰਪਨੀਆਂ 250-300 ਯੂਨਿਟ ਇੱਦਾਂ ਦਾ ਜਿਹਨੇ ਸਿਰਫ ਅਸੈਂਬਲੀ ਲਗਾਈ ਹੋਈ ਆ। ਫਰੇਮ ਕਿਤੋਂ ਲੈਂਦਾ ਵਾ, ਫਰੀ ਵੀਲ ਕਿਤੋਂ ਲੈ ਲਿਆ, ਬ੍ਰੇਕ ਕਿਤੋਂ ਲੈ ਲਿਆ, ਉਹ ਇਕੱਠਾ ਕਰਕੇ ਵੇਚੀ ਜਾਂਦਾ ਵਾ। ਉਹ ਕੀ ਕਰਦਾ ਵਾ, ਉਹਦੇ ਨਾਲ ਕੀ ਹੁੰਦਾ ਵਾ, ਜਿਹੜੇ ਸਾਡੇ ਡੀਲਰ ਹੈਗੇ ਆ, ਡੀਲਰ ਨੂੰ 200-300 ਰੁਪਏ ਸਾਈਕਲ ਸਸਤਾ ਮਿਲ ਜਾਂਦਾ ਵਾ, ਉਹਦੇ ਕੋਲ ਲੈਣ ਲੱਗ ਜਾਂਦੇ ਆ। ਕਿਉਂਕਿ ਕੁਆਲਿਟੀ ਤਾਂ ਉਹਦੀ ਤੁਹਾਨੂੰ ਪਤਾ ਵੀ ਉੱਦਾਂ ਮੇਨਟੇਨ ਨਹੀਂ ਕਰ ਪਾਊਗਾ, ਕਿਉਂਕਿ ਸਾਰੀਆਂ ਚੀਜ਼ਾਂ ਉਹਨੇ ਇੱਧਰ ਉੱਧਰ ਇਕੱਠੀਆਂ ਕਰਦੀਆਂ। ਜਦੋਂ ਮਾਲ ਵੇਚ ਦਿੰਦਾ ਵਾ, ਵੇਚਦਾ ਵੀ ਉਹਨਾਂ, ਕਿਉਂਕਿ 50-60 ਦਿਨ ਸਾਡੀ ਧਾਰਾ ਵਾ ਜੋ ਸਾਡੀ ਪੇਮੈਂਟ ਆਉਂਦੀ ਹੈ। ਜਦੋਂ ਤੱਕ ਉਹ ਸਾਈਕਲ ਦੁਕਾਨ ਦੇ 60 ਦਿਨ ਬਾਅਦ ਪੇਮੈਂਟ ਮੰਗਦਾ ਵੀ ਭਾਈ ਮੇਰੀ ਪੇਮੈਂਟ ਦੇ ਦੇ, ਤੈਨੂੰ ਸਾਈਕਲ ਵੇਚਿਆ, ਉਹ ਉਹਨੂੰ ਕਹਿ ਦਿੰਦਾ ਤੇ ਤੇਰਾ ਸਾਈਕਲ ਤਾਂ ਖਰਾਬ ਪਿਆ ਯਾਰ, ਇਹ ਤਾਂ ਚੱਲਦਾ ਹੀ ਨਹੀਂ, ਦੱਸ ਕੀ ਕਰਨਾ। ਉਲਟਾ ਵਿਚਾਰੇ ਨੂੰ ਉਹਨੂੰ ਫਸਾ ਕੇ ਬੈਠ ਜਾਂਦਾ ਵਾ। ਸੋ ਇੱਦਾਂ ਜਿਹੜੇ ਨਵੇਂ ਮੈਨੂਫੈਕਚਰ ਆ ਗਏ ਨਾ, ਬਬਲ ਆਫ ਵਾਟਰ ਮੈਨੂਫੈਕਚਰ ਜਿਹੜੇ ਆ ਗਏ ਆ, ਜਿਹੜੇ ਥੋੜ੍ਹੀ ਦੇਰ ਲਈ ਆਉਂਦੇ ਆ, ਉਹ ਮਾਰਕੀਟ ਵੀ ਖਰਾਬ ਕਰਕੇ ਚਲੇ ਜਾਂਦੇ ਆ, ਨਾਲੇ ਆਪਣਾ ਵੀ ਕੰਮ ਖਰਾਬ ਕਰ ਲੈਂਦੇ ਆ। ਔਰ ਦੂਸਰਾ ਜਿਹੜਾ ਸਾਡੇ ਲੋਕਾਂ ਤੋਂ ਮਟੀਰੀਅਲ ਲੈਂਦੇ ਆ, ਪਾਰਟਸ ਲੈਂਦੇ ਆ, ਉਹਨਾਂ ਦੇ ਵੀ ਪੈਸੇ ਵਿੱਚ ਵਿਚਾਲੇ ਰੋਕ ਕੇ ਬੈਠ ਜਾਂਦੇ ਆ। ਉਹ ਵੀ ਇੱਕ ਬਹੁਤ ਵੱਡਾ ਕਾਰਨ ਆ ਸਾਡੀ ਇੰਡਸਟਰੀ ਨੂੰ ਪਿੱਛੇ ਲੈ ਕੇ ਜਾਣ ਦਾ, ਕਿਉਂਕਿ ਉਹ ਉਹਨਾਂ ਦਾ ਕੋਈ ਸਟੈਂਡਰਡ ਹੁੰਦਾ ਨਹੀਂ ਗਾ। ਉਹ ਇੱਥੋਂ ਇਕੱਠਾ ਕੀਤਾ, ਉੱਥੋਂ ਇਕੱਠਾ ਕੀਤਾ, ਵੇਚਤਾ, ਆਪਣੇ ਵੀ ਪੈਸੇ ਬਾਹਰ ਡੀਲਰ ਕੋਲ ਫਸਾ ਲੈਂਦੇ ਆ। ਉਸ ਤੋਂ ਬਾਅਦ ਇੱਥੇ ਆ ਕੇ ਗੌਰਮੈਂਟ ਤੋਂ ਜਿਹੜੇ ਛੋਟੇ ਵੈਂਡਰ ਆ, ਉਹਨਾਂ ਦੇ ਪੈਸੇ ਵੀ ਮਾਰ ਲੈਂਦੇ ਆ। ਸੋ ਮੈਂ ਸਾਰੀ ਇੰਡਸਟਰੀ ਨੂੰ ਇਹੀ ਕਹੂੰਗਾ ਵੀ ਜਿਹੜੇ ਨਵੇਂ ਮੈਨੂਫੈਕਚਰ ਆ ਰਹੇ ਆ, ਸੋਚ ਸਮਝ ਕੇ ਉਹਨਾਂ ਨੂੰ ਮਟੀਰੀਅਲ ਦਿੱਤਾ ਜਾਵੇ, ਕਿਉਂਕਿ ਬਹੁਤ ਮੈਨੂਫੈਕਚਰ ਦੇਖ ਲਓ ਵੀ ਸਾਲ ਦੇ ਵਿੱਚ ਜਿਹੜੇ ਅੱਜ ਆਏ ਆ, ਦੂਸਰੇ ਸਾਲ ਉਹ ਨਹੀਂ ਰਹਿੰਦੇ, ਤੀਸਰੇ ਸਾਲ ਕੋਈ ਹੋਰ ਆ ਜਾਂਦੇ ਆ। ਤੁਸੀਂ ਜਿੰਨੀਆਂ ਐਗਜ਼ੀਬਿਸ਼ਨਾਂ ਦੇਖੋ, ਉਹ ਹਰ ਸਾਲ ਨਵੇਂ ਤੋਂ ਨਵੇਂ ਬਾਈਸਾਈਕਲ ਮੈਨੂਫੈਕਚਰ ਆ ਜਾਂਦੇ, ਜਿਹੜੇ ਪਤਾ ਵੀ ਨਹੀਂ ਹੁੰਦੇ, ਔਰ ਦੂਸਰੇ ਸਾਲ ਪਤਾ ਨਹੀਂ ਲੱਗਦਾ ਉਹ ਕਿੱਥੇ ਚਲੇ ਜਾਂਦੇ ਆ। ਤੁਸੀਂ ਦੇਖੋ ਪਿੱਛੇ ਕਾਂਡ ਹੋਇਆ ਵੀ ਕਿੰਨੇ ਲੋਕਾਂ ਦਾ ਪੈਸੇ, 8-10 ਲੋਕਾਂ ਦੇ ਕਿੰਨੇ ਕਰੋੜ ਰੁਪਏ ਪੈਸੇ ਮਾਰ ਕੇ ਇੱਕ ਬੰਦਾ ਚਲੇ ਗਏ। ਸੋ ਇਹ ਸਾਡੀ ਇੰਡਸਟਰੀ ਦੀ ਇਸ ਟਾਈਮ ਹਾਲਤ ਬਹੁਤ ਨਾਜ਼ੁਕ ਪੋਜੀਸ਼ਨ ਦੇ ਵਿੱਚ ਆ। ਮੈਂ ਆਪਣੀ ਲਾਈਫ ਦੇ ਵਿੱਚ ਇੱਦਾਂ ਦੀ ਕਦੇ ਪੋਜੀਸ਼ਨ ਨਹੀਂ ਦੇਖੀ। ਸੋ ਸਾਰੇ ਦੋਸਤਾਂ ਨੂੰ ਮੈਂ ਇਹੀ ਰਿਕੁਐਸਟ ਕਰੂੰਗਾ ਵੀ ਆਪਣੇ ਅੰਦਰ ਝਾਤੀ ਮਾਰੋ, ਥੋੜ੍ਹਾ ਖਰਚੇ ਜਿੰਨੇ ਕਿ ਕੰਟਰੋਲ ਕਰ ਸਕਦੇ ਹੋ ਕੰਟਰੋਲ ਕਰੋ, ਔਰ ਕੋਸ਼ਿਸ਼ ਕਰੋ ਵੀ ਜਿਹੜਾ ਬੈਂਕਾਂ ਦਾ, ਕਿਉਂਕਿ ਕੋਵਿਡ ਤੋਂ ਬਾਅਦ ਬੈਂਕਾਂ ਨੇ ਵੀ ਸਾਨੂੰ ਬਹੁਤ ਪੈਸੇ ਦੇ ਦਿੱਤੇ ਸੀਗੇ, ਠੀਕ ਹੈ। ਉਹ ਪੈਸੇ ਦੇਣ ਕਰਕੇ ਲੋਕਾਂ ਕੋਲੇ ਓਵਰ ਬਜਟਿੰਗ ਹੋ ਗਈ ਜੀ, ਉਹ ਖਰਚ ਦਿੱਤੇ ਇੱਧਰ ਉੱਧਰ। ਹੁਣ ਬੈਂਕ ਪੈਸੇ ਵਾਪਸ ਮੰਗਦੇ ਆ। ਹੁਣ ਪੈਸੇ ਸਾਡੇ ਕੋਲ ਦੇਣ, ਬੈਂਕਾਂ ਕੋਲੇ ਪੈਸੇ ਦੇਣ ਨੂੰ ਹੈ ਵੀ ਨਹੀਂ ਸਾਡੇ ਕੋਲੇ। ਸੋ ਜਿਹੜਾ 2022 ਹੈਗਾ, ਇਹ ਵੀ ਬਹੁਤ ਵਧੀਆ ਨਹੀਂ ਹੈ, ਤਾਂ ਸਾਨੂੰ ਸਟਰਗਲ ਵਾਸਤੇ ਕਰਨਾ ਪੈਣਾ ਅਗਲੇ ਸਾਲ ਬਾਈ। ਜਿਹੜਾ ਕੁਛ ਦੇਖਿਓ, ਥੋੜ੍ਹੇ ਦਿਨਾਂ ਵਿੱਚ ਦੇਖਿਓ, ਮਾਰਚ ਤੋਂ ਪਹਿਲਾਂ ਬਹੁਤ ਕੰਪਨੀਆਂ, ਮਤਲਬ ਬੜੇ ਮੂੰਹ 'ਚ ਕਹਿਣ ਗੱਲ ਲੱਗਦੀ ਨਹੀਂ ਵੀ ਮੈਂ ਗੱਲ ਇਹ ਕਹਾਂ, ਬੜੀਆਂ ਕੰਪਨੀਆਂ ਸਾਡੀਆਂ ਬੰਦ ਹੋ ਜਾਣੀਆਂ ਵਾ, ਠੀਕ ਹੈ। ਇੱਦਾਂ ਦੀ ਪੋਜੀਸ਼ਨ ਚੱਲ ਰਹੀ ਹੈ। ਔਰ ਜਿਹੜੀ ਕੰਪਨੀਆਂ ਰਹਿ ਜਾਣਗੀਆਂ ਉਹ 23 ਲਈ ਲੜਨਗੀਆਂ ਆਪਣੇ ਆਪ। 23 ਦੇ ਵਿੱਚ ਵੀ ਬਹੁਤ ਜ਼ਿਆਦਾ ਡਿਮਾਂਡ ਨਹੀਂ ਹੈ ਸਾਡੇ ਕੋਲੇ। ਜਿਹੜਾ ਬੰਦਾ 23 ਤੱਕ ਆਪਣਾ ਕੰਮ ਸਰਵਾਈਵ ਕਰ ਲੂਗਾ, ਉਹ 24 ਨੂੰ ਇੰਡਸਟਰੀ ਥੋੜ੍ਹੀ ਜਿਹੀ ਜਾ ਕੇ ਠੀਕ ਹੋਣੀ। ਜੋ ਡਾਟਾ ਅੱਜ ਦੇ ਡੇਟ ਡਾਟੇ ਅਸੀਂ ਚਾਈਨਾ ਵਿੱਚ ਦੇਖਦੇ ਹਾਂ, ਜਾਂ ਸਾਨੂੰ ਹੋਰ ਜਿਹੜੀਆਂ ਕੰਪਨੀਆਂ, ਫੋਰਨ ਕੰਪਨੀਆਂ ਅਸੀਂ ਕੰਮ ਕਰਦੇ ਹਾਂ, ਸਾਨੂੰ ਉੱਥੋਂ ਡਾਟਾ ਆਉਂਦੇ ਹੈ। ਠੀਕ ਹੈ ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ, ਇਹ ਸੀ ਸਾਡੇ ਨਾਲ ਚਰਨਜੀਤ ਵਿਸ਼ਕਰਮਾ, ਜਿਹੜੇ ਕਿ ਸਾਈਕਲ ਇੰਡਸਟਰੀ ਦੇ ਵਿੱਚ ਇੱਕ ਵਿਸ਼ੇਸ਼ ਕੱਦ ਰੱਖਦੇ ਨੇ, ਔਰ ਇਹਨਾਂ ਨੇ ਬੜੀਆਂ ਡੂੰਘੀਆਂ ਤੇ ਸਿੱਧੀਆਂ ਕੋਰੀਆਂ ਗੱਲਾਂ ਕੀਤੀਆਂ, ਜਿੱਥੇ ਇਹਨਾਂ ਨੇ ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਵੀ ਕਿਹਾ ਹੈ ਕਿ ਜਿਹੜੇ OEMs ਹੈਗੇ ਆ, ਉਹਨਾਂ ਦੀ ਵੀ ਹਾਲਤ ਪਤਲੀ ਹੈ, ਔਰ OEMs ਕਿਤੇ ਨਾ ਕਿਤੇ ਆਪਣੇ ਨਿੱਜੀ ਸਵਾਰਥਾਂ ਕਰਕੇ ਪੂਰੀ ਦੀ ਪੂਰੀ ਸਾਈਕਲ ਇੰਡਸਟਰੀ ਨੂੰ ਮਾਰਦੇ ਪਏ ਨੇ। ਉੱਥੇ ਹੀ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬਲੂ ਬਬਲਸ ਆ ਰਹੇ ਆ, ਨਵੇਂ ਜਿਹੜੇ ਸਾਈਕਲ ਮੈਨੂਫੈਕਚਰਰ ਬਣ ਕੇ ਆ ਰਹੇ ਆ, ਅਤੇ ਉਹਨਾਂ ਨਾਲ ਵਪਾਰ ਕਰਨ ਤੋਂ ਪਹਿਲਾਂ ਆਪਣੇ ਪੈਸੇ ਦੀ ਸਿਕਿਉਰਿਟੀ ਜ਼ਰੂਰ ਰੱਖੋ। ਜਿੱਦਾਂ ਇਹਨਾਂ ਨੇ ਇਹ ਨਹੀਂ ਕਿਹਾ ਕਿ ਵਪਾਰ ਨਾ ਕਰੋ, ਜੇ ਵਪਾਰ ਕਰਨਾ ਹੈ ਤਾਂ ਆਪਣੇ ਪੈਸੇ ਨੂੰ ਸਿਕਿਉਰ ਰੱਖੋ, ਅਸ਼ੋਰਿਟੀ ਲਓ, ਤਾਂ ਕਿ ਕੱਲ੍ਹ ਨੂੰ ਤੁਹਾਡੇ ਹੱਥ ਨਾ ਜਲਣ। ਇੱਦਾਂ ਹੀ ਵੱਖ-ਵੱਖ ਮੁੱਦਿਆਂ ਦੇ ਰੂਬਰੂ ਹੋਵਾਂਗੇ। ਦੇਖਦੇ ਰਹੋ, बने रहो जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।